ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਆਪਣੀ ਪੋਇਮ ਹੈ BA ਸਮੈਸਟਰ ਸੈਕੰਡ ਦੇ ਵਿੱਚ ਆਈ ਸਿਟ ਐਂਡ ਲੁੱਕ ਆਊਟ ਰਿਟਨ ਬਾਏ ਵਾਲਟ ਵਿਟਮਨ। ਸੋ ਇਸ ਦੇ ਆਪਾਂ ਸਮਰੀ ਅਤੇ ਕੋਮਨ ਜਿਹੜਾ ਇੱਕ ਲੌਂਗ ਕੁਐਸਚਨ ਹੈ ਉਹ ਆਪਾਂ ਕਰ ਚੁੱਕੇ ਸੀ। ਇਸ ਵੀਡੀਓ ਦੇ ਵਿੱਚ ਆਪਾਂ ਇਸ ਪੋਇਮ ਦੇ ਰੈਫਰੈਂਸ ਟੂ ਦਾ ਕੰਟੈਕਸਟ ਹੈ ਜਿਹੜਾ ਉਹ ਆਪਾਂ ਕਰਾਂਗੇ ਸਾਰੇ ਹੀ ਸਟੈਂਜੇਸ ਦਾ। ਸੋ ਦੇਖੋ, ਸਭ ਤੋਂ ਫਸਟ ਸਟੈਂਜਾ ਇਹ ਤੁਸੀਂ ਪੜ੍ਹ ਸਕਦੇ ਹੋ। ਸਭ ਤੋਂ ਪਹਿਲਾਂ ਦੇਖੋ ਇਸ ਦਾ ਕੰਟੈਕਸਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ। These are the opening lines of the poem। ਤੁਸੀਂ ਇਹ ਵੀ ਕਹਿ ਸਕਦੇ ਹੋ these lines have been taken। These are the opening lines of the poem I sit and look out। ਇਹ ਜਿਹੜੀਆਂ ਲਾਈਨਾਂ ਨੇ ਇਸ ਪੋਇਮ ਦੇ ਵਿੱਚੋਂ ਲਈਆਂ ਗਈਆਂ ਨੇ written by ਵਾਲਟ ਵਿਟਮਨ, ਜੋ ਕਿ ਇਸ ਦੁਆਰਾ ਲਿਖੀ ਗਈ ਹੈ ਵਾਲਟ ਵਿਟਮਨ ਦੇ ਦੁਆਰਾ। The poet sits in his room and surveys the world around him। ਆਪਣੇ ਰੂਮ ਦੇ ਵਿੱਚ ਬੈਠਦਾ ਤੇ ਜਿਹੜਾ ਵਰਲਡ ਹੈ ਸਾਰੀ ਦੁਨੀਆ ਉਸ ਦਾ ਸਰਵੇ ਕਰਦਾ ਕਿ ਕੀ ਚੱਲ ਰਿਹਾ ਹੈ ਦੁਨੀਆ ਦੇ ਵਿੱਚ। He finds that the world is full of sorrow and misfortunes। ਜੇ ਜਿਹੜਾ ਸੰਸਾਰ ਹੈ ਉਹ ਮਤਲਬ ਦੁੱਖਾਂ ਦੇ ਨਾਲ ਕਹਿੰਦਾ ਭਰਿਆ ਹੋਇਆ ਬਦਕਿਸਮਤੀ ਦੇ ਨਾਲ। Some people are shamefully exploiting others। ਕੁਝ ਲੋਕ ਬੇਸ਼ਰਮੀ ਦੇ ਨਾਲ ਦੂਸਰਿਆਂ ਨੂੰ ਲੁੱਟ ਰਹੇ ਨੇ, ਲੁੱਟ ਖਸੁੱਟ ਕਰ ਰਹੇ ਨੇ ਦੂਸਰਿਆਂ ਦੀ। Poor mothers are neglected by their children। ਜਿਹੜੀਆਂ ਗਰੀਬ ਮਾਵਾਂ ਨੇ ਮਤਲਬ ਗਰੀਬ ਘਰਾਂ ਦੀਆਂ, ਉਹਨਾਂ ਦੀ ਕੇਅਰ ਹੈ ਜਿਹੜੀ ਨਹੀਂ ਕੀਤੀ ਜਾਂਦੀ ਉਹਨਾਂ ਦੇ ਚਿਲਡਰਨ ਨੇ ਜਿਹੜੇ ਬੱਚਿਆਂ ਦੁਆਰਾ। ਹਸਬੈਂਡਸ ਆਰ ਨਾਟ ਕੇਅਰਿੰਗ ਦੇਅਰ ਵਾਈਵਸ। ਜਿਹੜੇ ਹਸਬੈਂਡਸ ਨੇ ਉਹ ਵੀ ਆਪਣੀਆਂ ਪਤਨੀਆਂ ਦੀ ਕੇਅਰ ਨਹੀਂ ਕਰਦੇ ਚੰਗੀ ਤਰ੍ਹਾਂ। ਸਮ ਯੰਗ ਮੈਨ ਆਰ ਵੀਪਿੰਗ ਬਿਕੋਜ਼ ਦੇ ਹੈਵ ਡਨ ਮਿਸਟੇਕਸ। ਕੁਝ ਯੰਗ ਮੈਨ ਨੇ ਜਿਹੜੇ ਮਤਲਬ ਗੱਭਰੂ ਨੇ, ਨੌਜਵਾਨ ਨੇ, ਉਹ ਮਤਲਬ ਰੋਂਦੇ ਨੇ ਕਿਉਂਕਿ ਉਹਨਾਂ ਨੇ ਕੁਝ ਮਿਸਟੇਕਸ ਨੇ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਕੀਤੀਆਂ ਨੇ। ਅੱਗੇ ਐਕਸਪਲੇਨੇਸ਼ਨ ਦੇਖੋ ਇਸ ਦੀ ਫਸਟ ਸਟੈਂਜੇ ਦੀ। ਇਨ ਦੀਜ਼ ਲਾਈਨਸ ਦ ਪੋਇਮ says that, ਤੁਸੀਂ ਇੱਥੇ poet ਵੀ ਕਹਿ ਸਕਦੇ ਹੋ। in these lines the poet says that he sits in his room and surveys the world around him। ਮਤਲਬ ਜਿਹੜਾ poet ਹੈ, ਇੱਥੇ poet ਹੀ ਤੁਸੀਂ ਨੇ ਮਤਲਬ ਕਹਿਣਾ ਹੈ, ਜਿਹੜਾ poet ਹੈ ਆਪਣੇ ਰੂਮ ਦੇ ਵਿੱਚ ਬੈਠਦਾ ਹੈ ਅਤੇ ਜਿਹੜਾ world ਹੈ ਸਾਰਾ ਦੁਨੀਆ ਉਸ ਦੇ ਸਰਵੇ ਕਰਦਾ ਹੈ ਕਿ ਕੀ ਚੱਲ ਰਿਹਾ ਹੈ ਦੁਨੀਆ ਦੇ ਵਿੱਚ। he finds, ਉਹ ਕੀ ਦੇਖਦਾ ਹੈ, that the world is in the grip of sorrow। ਦੁੱਖਾਂ ਦੇ ਮਤਲਬ ਗ੍ਰਿਪ ਦੇ ਵਿੱਚ ਜਕੜਿਆ ਹੋਇਆ ਜਿਹੜਾ ਸੰਸਾਰ ਹੈ ਸਾਰਾ, ਹਰ ਪਾਸੇ ਦੁੱਖ ਹੀ ਦੁੱਖ ਨੇ। ਸਮ ਪੀਪਲ ਆਰ ਸ਼ੇਮਲੈਸਲੀ ਐਕਸਪਲੋਇਟਿੰਗ ਅਦਰਸ। ਕੁਝ ਲੋਕ ਜਿਹੜੇ ਦੂਸਰਿਆਂ ਦੀ ਲੁੱਟ ਖਸੁੱਟ ਕਰਦੇ ਨੇ। ਹੀ ਹੀਅਰਸ ਸਮ ਯੰਗ ਮੈਨ, ਉਹ ਕੁਝ ਜਿਹੜੇ ਯੰਗ ਮੈਨ ਨੇ, ਗੱਭਰੂ ਨੇ, ਉਹਨਾਂ ਨੂੰ ਸੁਣਦਾ ਹੈ ਬੀਪਿੰਗ, ਰੋਂਦੇ ਹੋਏ। ਬਿਕੋਜ਼ ਦੇ ਮੇਡ ਸਮ ਮਿਸਟੇਕਸ, ਕਿਉਂਕਿ ਉਹਨਾਂ ਨੇ ਜਿਹੜੀਆਂ ਕੁਝ ਗਲਤੀਆਂ ਨੇ ਕੀਤੀਆਂ ਨੇ ਉਹਨਾਂ ਦੇ ਕਾਰਨ। ਸੋ ਦੇ ਸ਼ੈਡ ਟੀਅਰਸ ਆਫ ਰੈਪੈਂਟੈਂਸ ਸੀਕ੍ਰੇਟਲੀ। ਇਸ ਲਈ ਉਹ ਪਛਤਾਪ ਦੇ ਜਿਹੜੇ ਹੰਝੂ ਨੇ ਮਤਲਬ ਉਹ ਸੀਕ੍ਰੇਟਲੀ ਲੁਕ ਲੁਕ ਕੇ ਉਹ ਬਹਾਉਂਦੇ ਨੇ। ਸੋ ਅੱਗੇ ਦੇਖੋ, ਇਹ ਆਪਣਾ ਸੈਕੰਡ ਸਟੈਂਜਾ, ਇਹ ਸੈਕੰਡ ਸਟੈਂਜਾ। ਅੱਗੇ ਇਸ ਦਾ ਆਪਾਂ ਕੰਟੈਕਸਟ ਤੇ ਐਕਸਪਲੇਨੇਸ਼ਨ ਹੈ ਜਿਹੜੀ ਉਹ ਦੇਖਦੇ ਹਾਂ। ਇਸ ਸਟੈਂਜੇ ਦਾ ਜਿਹੜਾ ਕੰਟੈਕਸਟ ਹੈ ਸੇਮ ਐਜ਼ ਬਿਫੋਰ, ਪਹਿਲਾਂ ਵਾਲਾ ਹੀ ਲਿਖਣਾ ਆਪਾਂ ਨੇ। ਅੱਗੇ ਦੇਖੋ ਐਕਸਪਲੇਨੇਸ਼ਨ ਦੇਖਦੇ ਹਾਂ ਇਸ ਦੀ। ਇਨ ਦੀਜ਼ ਲਾਈਨਸ ਦ ਪੋਇਟ ਸੇਜ਼ ਦੈਟ, ਇੱਥੇ ਪੋਇਟ ਆਏਗਾ, ਪੋਇਟਸ ਨਹੀਂ, ਐਸ ਕੱਟ ਦੇਣਾ। ਕੁਝ ਜਿਹੜੇ ਵਰਡਸ ਨੇ ਕਈ ਵਾਰ ਲਿਖਦੇ ਟਾਈਮ ਥੋੜ੍ਹੀ ਮਿਸਟੇਕ ਹੋ ਜਾਂਦੀ ਹੈ, ਤੁਸੀਂ ਕਰੈਕਟ ਕਰ ਲਿਆ ਕਰੋ। ਇਨ ਦੀਜ਼ ਲਾਈਨਸ ਦ ਪੋਇਟ ਸੇਜ਼ ਦੈਟ ਸਮ ਚਿਲਡਰਨ ਇਨ ਪੂਅਰ ਫੈਮਿਲੀ ਟਰੀਟ ਦੇਅਰ ਮਦਰਸ ਇਨ ਅ ਬੈਡ ਵੇ। ਆਪਣੀਆਂ ਮਾਵਾਂ ਦੇ ਨਾਲ ਬੁਰਾ ਵਿਵਹਾਰ ਕਰਦੇ ਨੇ। ਦੀਜ਼ ਮਦਰਸ ਬਿਕਮ ਹੋਪਲੈਸ ਐਂਡ ਡਾਈ। ਹੋਪਲੈਸ ਹੋ ਜਾਂਦੀਆਂ ਨੇ ਅਤੇ ਮਰ ਜਾਂਦੀਆਂ ਨੇ। ਦੇਅਰ ਆਰ ਵਾਈਵਸ ਹੂ ਆਰ ਨਾਟ ਕੇਅਰਡ ਫਾਰ, ਮੂਰੇ ਸੀਲ ਲਗਾ ਲੈਣਾ ਇੱਥੇ, ਕੇਅਰਡ ਫਾਰ ਹੈ ਇਹ, ਦੇਖਭਾਲ ਕਰਨੀ। ਕੇਅਰਡ ਫਾਰ ਬਾਏ ਦੇਅਰ ਹਸਬੈਂਡਸ। ਕੁਝ ਜਿਹੜੀਆਂ ਪਤਨੀਆਂ ਨੇ ਉਹਨਾਂ ਦੀ ਵੀ ਆਪਣੇ ਹਸਬੈਂਡ ਦੁਆਰਾ ਕੇਅਰ ਜਿਹੜੀ ਨਹੀਂ ਕੀਤੀ ਜਾਂਦੀ। ਅਮੰਗ ਯੰਗ ਲਵਰਸ ਜੈਲਸੀ ਇਜ਼ ਵਾਈਡ ਸਪਰੈਡ। ਜਿਹੜੀ ਜੈਲਸੀ ਹੈ ਬਹੁਤ ਜ਼ਿਆਦਾ ਫੈਲੀ ਹੋਈ ਹੈ ਲਵਰਸ, ਪ੍ਰੇਮੀਆਂ ਦੇ ਵਿੱਚ। ਪੀਪਲ ਟਰਾਈ ਟੂ ਹਾਈਡ ਦੀਜ਼ ਫੀਲਿੰਗਸ। ਕੋਸ਼ਿਸ਼ ਕਰਦੇ ਨੇ ਆਪਣੀਆਂ ਜਿਹੜੀਆਂ ਫੀਲਿੰਗਸ ਨੇ ਉਹਨਾਂ ਨੂੰ ਲੁਕਾਉਣ ਦੀ। ਬਟ ਦੀਜ਼ ਆਰ ਈਜ਼ਲੀ ਸੀਨ, ਪਰ ਇਹ ਈਜ਼ਲੀ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ, ਉਹਨਾਂ ਦੀਆਂ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਦੇ ਚਿਹਰੇ ਤੋਂ। ਅੱਗੇ ਦੇਖੋ ਥਰਡ ਸਟੈਂਜਾ, ਕੰਟੈਕਸਟ ਸੇਮ ਐਜ਼ ਬਿਫੋਰ, ਉਹੀ ਰੱਖਣਾ ਤੁਸੀਂ ਨੇ। ਅੱਗੇ ਦੇਖੋ ਐਕਸਪਲੇਨੇਸ਼ਨ। ਇਨ ਦੀਜ਼ ਲਾਈਨਸ ਦ ਪੋਇਟ ਸੇਜ਼ ਦੈਟ ਦ ਹੋਲ ਸੋਸਾਇਟੀ ਸਫਰਸ। ਜਿਹੜੀ ਸਾਰੀ ਸੋਸਾਇਟੀ ਹੈ ਉਹ ਦੁੱਖਾਂ ਨਾਲ ਮਤਲਬ ਜੂਝ ਰਹੀ ਹੈ। ਡਿਊ ਟੂ ਕਿਸ ਦੇ ਕਾਰਨ? ਡਿਊ ਟੂ ਵਾਰ, ਯੁੱਧਾਂ ਦੇ ਕਾਰਨ। ਪੈਸਟੀਲੈਂਸ, ਮਹਾਮਾਰੀ ਦੇ ਕਾਰਨ। ਐਂਡ ਟੈਰਨੀ, ਅਤੇ ਟੈਰਨੀ ਦੇ ਕਾਰਨ ਮਤਲਬ ਆਤੰਕ ਦੇ ਕਾਰਨ। ਅਮੰਗ ਦ ਸੋਲਜਰਸ ਐਟ ਸੀ ਫੈਮਿਨਨ ਸਪਰੈਡਸ। ਇਹ ਉਹੀ ਗੱਲ ਆ ਗਈ ਜਦੋਂ ਸਮੁੰਦਰ ਦੇ ਵਿੱਚ ਮਤਲਬ ਜਿਹੜੀ ਮਹਾਮਾਰੀ ਫੈਲ ਜਾਂਦੀ ਹੈ ਅਤੇ ਫੈਮਿਨਨ ਕਾਲ ਪੈ ਜਾਂਦਾ ਹੈ। ਦੈਨ ਇਟ ਬਿਕਮਸ ਨਸੈਸਰੀ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਟੂ ਥਰੋ ਅਵੇ ਸਮ ਸੋਲਜਰਸ ਵਨ ਬਾਏ
वन इनटू द सी, ਤਾਂ ਵੀ ਕੱਲਾ ਕੱਲਾ ਕਰਕੇ ਜਿਹੜੇ ਸੋਲਜਰ ਨੇ ਇੱਕ ਇੱਕ ਕਰਕੇ ਸਮੁੰਦਰ ਦੇ ਵਿੱਚ ਉਹਨਾਂ ਨੂੰ ਡੇਗ ਦਿੱਤਾ ਜਾਵੇ, ਸੋ ਦੈਟ ਦ ਅਦਰਸ ਮੇ ਸਰਵਾਈਵ, ਤਾਂ ਕਿ ਦੂਸਰੇ ਨੇ ਜਿਹੜੇ ਉਹ ਬਚ ਸਕਣ, ਕਿਉਂਕਿ ਭੋਜਨ ਜਿਹੜਾ ਬਹੁਤ ਜ਼ਿਆਦਾ ਘੱਟ ਸੀਗਾ। ਦਿਸ ਇਜ਼ ਡਨ ਬਾਏ ਕਾਸਟਿੰਗ ਲੋਟਰੀ, ਜਿਹੜੀ ਇਹ ਚੀਜ਼ ਹੈ ਸਮੁੰਦਰ ਦੇ ਵਿੱਚ ਸਿੱਟਣਾ, ਮਤਲਬ ਸਮੁੰਦਰ ਫਸ ਜਾਂਦਾ, ਅਕਾਲ ਪੈ ਜਾਂਦਾ, ਖਾਣਾ ਘੱਟ ਹੁੰਦਾ ਤਾਂ ਬੰਦੇ ਜ਼ਿਆਦਾ ਹੁੰਦੇ ਨੇ, ਤਾਂ ਇਹ ਜ਼ਰੂਰੀ ਹੋ ਜਾਂਦਾ ਕਿ ਕੁਝ ਲੋਕ ਬਚ ਰਹਿਣਗੇ ਅਤੇ ਕੁਝ ਕੁ ਨੂੰ ਲੋਟਰੀ ਦੇ ਰਾਹੀਂ, ਲੋਟਰੀ ਕੱਢ ਕੇ ਮਤਲਬ ਜਿਸ ਦੀ ਲੋਟਰੀ ਆ ਗਈ ਉਸ ਨੂੰ ਸਮੁੰਦਰ ਦੇ ਵਿੱਚ ਡੇਗ ਦਿੱਤਾ ਜਾਵੇਗਾ। ਇਸ ਤਰ੍ਹਾਂ ਬਚਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਅੱਗੇ ਦੇਖੋ 4th ਸਟੈਂਜਾ, ਇਸ ਦਾ ਅੱਗੇ ਆਪਾਂ ਦੇਖਦੇ ਹਾਂ ਕੰਟੈਕਸਟ ਤੇ ਐਕਸਪਲੇਨੇਸ਼ਨ। ਜਿਹੜਾ ਕੰਟੈਕਸਟ ਹੈ ਉਹ ਤੁਸੀਂ ਸੇਮ ਹੀ ਰੱਖਣਾ ਹੈ ਇਸ ਦਾ ਪਹਿਲਾਂ ਵਾਲਾ ਹੀ। ਐਕਸਪਲੇਨੇਸ਼ਨ ਦੇਖੋ, ਇਨ ਦੀਜ਼ ਲਾਈਨਸ ਦ ਪੋਇਟ ਸੇਜ਼ ਦੈਟ ਹੀ ਓਬਜ਼ਰਵਸ ਦ ਇਨਸਲਟਸ ਐਂਡ ਹਿਊਮੀਲੇਸ਼ਨਸ, ਹਿਊਮੀਲੇਸ਼ਨ ਹੁੰਦਾ ਅਪਮਾਨ, ਮਤਲਬ ਉਹ ਦੇਖਦਾ ਕਿ ਓਬਜ਼ਰਵ ਕਰਦਾ ਉਹ ਕਿ ਕਿਸ ਤਰ੍ਹਾਂ ਲੋਕਾਂ ਦਾ ਇਨਸਲਟ ਅਤੇ ਅਪਮਾਨ ਹੈ ਜਿਹੜੀ ਕੀਤੀ ਜਾਂਦੀ ਹੈ। ਇਨ ਵਿੱਚ ਦ, ਇਨ ਆਊਗਾ ਇੱਥੇ, ਇਨ ਵਿੱਚ ਦ ਪੂਅਰ ਆਰ ਸਬਜੈਕਟਡ ਬਾਏ ਦ ਐਰੋਗੈਂਟ, ਜਿਨ੍ਹਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸਬਜੈਕਟ ਮੈਟਰ ਬਣਾਇਆ ਜਾਂਦਾ, ਮਤਲਬ ਗਰੀਬ ਲੋਕ ਨੇ ਜਿਹੜੇ ਉਹਨਾਂ ਦੀ ਇਨਸਲਟ ਹੈ ਜਿਹੜੀ ਕੀਤੀ ਜਾਂਦੀ ਹੈ ਘਮੰਡੀ ਲੋਕਾਂ ਦੇ ਕਾਰਨ, ਐਰੋਗੈਂਟ ਹੁੰਦਾ ਘਮੰਡੀ। ਇਨ ਸ਼ਾਰਟ, ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹੀ ਲੁਕਸ ਐਟ ਆਲ ਦ ਕਰੂਐਲਟੀ ਐਂਡ ਪੇਨਸ ਵਿਦਾਊਟ ਐਂਡ, ਉਹ ਦੇਖਦਾ ਹੈ ਕਰੂਐਲਟੀ, ਅਤਿਆਚਾਰ ਅਤੇ ਪੇਨ, ਦੁੱਖ ਦਰਦ ਜਿਹੜੇ ਲੋਕਾਂ ਦੇ ਵਿਦਾਊਟ ਐਂਡ, ਜਿਸ ਦਾ ਕੋਈ ਐਂਡ ਨਹੀਂ ਹੈਗਾ। ਹੀ ਸੀਜ਼ ਆਲ ਦਿਸ, ਹੀ ਹੀਅਰਸ ਆਲ ਦਿਸ, ਉਹ ਮਤਲਬ ਸਾਰਾ ਕੁਝ ਦੇਖਦਾ ਹੈ, ਇਹ ਸਭ ਕੁਝ ਸੁਣਦਾ ਹੈ, ਬਟ ਹੀ ਰਿਮੇਨ ਸਾਈਲੈਂਟ, ਪਰ ਉਹ ਸਾਈਲੈਂਟ, ਚੁੱਪ ਰਹਿੰਦਾ ਹੈ। ਹਿਜ਼ ਸਾਈਲੈਂਸ ਇਜ਼ ਮੇਨਲੀ ਡਿਊ ਟੂ ਦ ਸਟਰੈਂਥ ਆਫ ਸਫਰਿੰਗ ਇਨ ਦ ਵਰਲਡ, ਉਹਦੀ ਸਾਈਲੈਂਟ ਜਿਹੜਾ ਰਹਿਣ ਦਾ ਉਸ ਦਾ ਮੇਨ ਕਾਰਨ ਹੈ ਕਿਉਂਕਿ ਜਿਹੜੀ ਦੁੱਖਾਂ ਦੀ, ਸਫਰਿੰਗ ਨੇ ਜਿਹੜੇ, ਉਸ ਦੀ ਜਿਹੜੀ ਸਟਰੈਂਥ ਹੈ, ਤਾਕਤ ਹੈ, ਬਹੁਤ ਜ਼ਿਆਦਾ ਹੈ ਦੁਨੀਆ ਦੇ ਵਿੱਚ। ਹੀ ਹਿਮਸੈਲਫ ਇਜ਼ ਕੁਆਇਟ ਹੈਲਪਲੈਸ, ਉਹ ਖੁਦ ਵੀ ਆਪਣੇ ਆਪ ਨੂੰ ਹੈਲਪਲੈਸ ਹੈ ਜਿਹੜਾ ਉਹ ਮਹਿਸੂਸ ਕਰਦਾ। ਸੋ ਇਹ ਸੀਗੇ ਆਪਣੇ ਸਟੈਂਜਾਸ ਜਿਨ੍ਹਾਂ ਦੀ ਐਕਸਪਲੇਨੇਸ਼ਨ ਤੇ ਕੰਟੈਕਸਟ ਜਿਹੜਾ ਆਪਾਂ ਕੀਤਾ ਹੈ। ਜੇਕਰ ਤੁਹਾਨੂੰ ਆਸਾਨ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ, ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।